ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ। ਜਾਤਕਾਂ, ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਅਸੀਂ ਐਲਬਰਟ ਡੇਵਿਡ ਸਾਹਿਬ ਦੇ ਨਾਲ ਕਰ ਰਹੇ ਹਾਂ। ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀ ਦੇ ਮੈਂਬਰ ਵੀ ਹਨ ਔਰ ਇਨਸਾਨੀ ਹਕੂਕ ਦੀ ਇੱਕ ਬਹੁਤ ਜ਼ਿੰਦਾ ਆਵਾਜ਼ ਹਨ ਔਰ ख़ास तौर ਤੇ ਮਾਈਨੋਰਿਟੀਜ਼ ਦੇ ਹਕੂਕ ਵਾਸਤੇ ਇੱਕ ਐਸੀ ਬੇਬਾਕ ਔਰ ਨਿਡਰ ਸ਼ਖਸੀਅਤ ਹਨ ਜਿਨ੍ਹਾਂ ਨੂੰ ਪੂਰਾ ਪਾਕਿਸਤਾਨ ਨਹੀਂ ਪੂਰੀ ਦੁਨੀਆ ਜਾਣਦੀ ਹੈ। ਔਰ ਅਸੀਂ ਆਪਣੇ ਇਹੋ ਜਿਹੇ ਜਿਹੜੇ ਸਾਡੀ ਕਮਿਊਨਿਟੀ ਦੇ ਸਪੂਤ ਨੇ, ਜਿਹੜੇ ਸਾਡੇ ਪੁੱਤਰ ਨੇ, ਜਿਹੜੇ ਸਾਡਾ ਭਾਰ ਚੱਕੀ ਫਿਰਦੇ ਨੇ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਤੇ ਹੈ ਹੀ ਹਾਂ, ਲੇਕਿਨ ਉਹ ਸਾਡਾ ਮਾਣ ਨੇ। ਅੱਜ ਮੇਰੀ ਖੁਸ਼ਕਿਸਮਤੀ ਇਹ ਹੈ ਬਈ ਉਹ ਸਾਨੂੰ ਇੱਥੇ ਵੇਲ ਹੋਏ ਔਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੇ, ਉਹਨਾਂ ਕੋਲ ਪੁੱਛਣ ਦੱਸਾਂਗੇ ਵੀ ਉਹ ਕੀ ਕਰਦੇ ਹਨ। ਐਲਬਰਟ ਡੇਵਿਡ ਸਾਹਿਬ, ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੈ ਬਈ ਤੁਸੀਂ ਕਦੋਂ ਤੋਂ ਔਰ ਕਿਸ ਤਰ੍ਹਾਂ ਔਰ ਕਿੱਥੋਂ ਲੈ ਕੇ ਕਦੋਂ ਤੱਕ ਔਰ ਅੱਜ ਦੇ ਦਿਨ ਤੱਕ ਕਿਸ ਤਰ੍ਹਾਂ ਤੁਸੀਂ ਸਾਡੀ ਕਮਿਊਨਿਟੀ ਲਈ ਖ਼ਾਸ ਤੌਰ 'ਤੇ ਮਸੀਹਾਂ ਲਈ ਜਿਹੜੀ ਗੱਲਬਾਤ ਹੈ ਔਰ ਕੰਮ ਕਰਦੇ ਪਏ ਹੋ, ਉਹ ਕਿਹੜੀ ਸ਼ੈ ਹੈ ਜਿਹਨੇ ਤੁਹਾਨੂੰ ਅੱਜ ਤੱਕ ਇਸ ਮੁਸ਼ਕਿਲ ਕੰਮ ਦੇ ਵਿੱਚ ਵੀ ਜ਼ਿੰਦਾ ਰੱਖਿਆ ਹੈ? ਜੀ, ਮੈਨੂੰ ਮੌਕਾ ਦਿੱਤਾ ਕਿ ਅੱਜ ਤੁਹਾਡੇ ਨਾਲ ਗੱਲਬਾਤ ਹੋ ਸਕੇ ਔਰ ਮੈਂ ਤੁਹਾਡੇ ਚੈਨਲ ਦੀ ਵਸਾਤਤ ਨਾਲ ਆਪਣੇ ਕੁਝ ਖਿਆਲਾਤ ਜਿਹੜੇ ਨੇ ਉਹ ਕੌਮ ਦੇ ਨਾਲ ਜਿਹੜਾ ਉਹ ਸ਼ੇਅਰ ਕਰ ਸਕਾਂ। ਤੁਸੀਂ ਇੰਸਪੀਰੇਸ਼ਨ ਦੀ ਗੱਲ ਕੀਤੀ ਤੇ ਨਾਸਰ ਭਾਈ, ਇੰਸਪੀਰੇਸ਼ਨ ਮੇਰੀ ਸਟਾਰਟ ਹੋਈ ਸੀ 1991 ਵਿੱਚ, ਜਦੋਂ ਮੈਂ ਆਪਣਾ ਪ੍ਰੋਫੈਸ਼ਨਲ ਕੈਰੀਅਰ ਸ਼ੁਰੂ ਕੀਤਾ। ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸੀ ਵਰਲਡ ਵਿਜ਼ਨ ਔਰ ਉਹਨਾਂ ਦਾ ਫੋਕਸ ਸੀ ਬੱਚਿਆਂ ਦੀ ਤਰਬੀਅਤ, ਬੱਚਿਆਂ ਦੀ ਡਿਵੈਲਪਮੈਂਟ ਔਰ ਬੱਚਿਆਂ ਦੀ ਤਰੱਕੀ ਔਰ ਉਹਨਾਂ ਦੀ ਐਜੂਕੇਸ਼ਨ। ਔਰ ਖੁਦਾ ਨੇ ਮੌਕਾ ਦਿੱਤਾ ਕਿ ਮੈਂ ਉਸ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨਾਲ ਥੋੜ੍ਹਾ ਜਿਹਾ ਕੰਮ ਕੀਤਾ, ਲੇਕਿਨ ਅਨਫੋਰਚੂਨੇਟਲੀ ਉਹ ਆਰਗੇਨਾਈਜੇਸ਼ਨ ਜਿਹੜੀ ਹੈ ਉਹਨੂੰ ਪਾਕਿਸਤਾਨ 'ਚ ਆਪਣੇ ਆਪਰੇਸ਼ਨਸ ਬੰਦ ਕਰਨੇ ਪਏ। ਉਹ ਆਰਗੇਨਾਈਜੇਸ਼ਨ ਇੱਥੋਂ ਚਲੀ ਗਈ ਔਰ ਉਹਨਾਂ ਦੇ ਜਾਣ ਦੀ ਵਜ੍ਹਾ ਤੋਂ ਜਿਹੜਾ ਸਿਰਫ ਮੇਰਾ ਪ੍ਰੋਜੈਕਟ ਸੀ ਜਿਹਨੂੰ ਮੈਂ ਲੀਡ ਕਰ ਰਿਹਾ ਸਾਂ, ਤਕਰੀਬਨ ਕੋਈ 250-300 ਬੱਚਾ ਜਿਹੜਾ ਐਜੂਕੇਸ਼ਨ ਵਿੱਚ ਹੈ ਸੀ, ਉਹਦੀ ਐਜੂਕੇਸ਼ਨ ਰੁਕ ਗਈ, ਖ਼ਤਮ ਹੋ ਗਈ। ਅਤੇ ਮੇਰੇ ਵਾਸਤੇ ਉਹ ਤਹਿਰੀਕ ਸੀ ਕਿ ਕੀ ਅਸੀਂ ਹਮੇਸ਼ਾ ਬਾਹਰ ਹੀ ਵੇਖਦੇ ਰਹਾਂਗੇ ਔਰ ਬਾਹਰੋਂ ਕੋਈ ਆਏਗਾ ਉਹ ਸਾਡੇ ਵਾਸਤੇ ਕੁਝ ਕਰੇਗਾ, ਉਹ ਅਗਰ ਨਹੀਂ ਹੋਏਗਾ ਤਾਂ ਫਿਰ ਅਸੀਂ ਕੀ ਕਰਾਂਗੇ। ਅਤੇ ਉਹ ਮੇਰੇ ਵਾਸਤੇ ਇੱਕ ਤਹਿਰੀਕ ਔਰ ਇੱਕ ਇੰਸਪੀਰੇਸ਼ਨ ਸੀ ਕਿ ਨਹੀਂ, ਅਸੀਂ ਖੁਦ ਕੁਝ ਕਰਨਾ ਵੇ ਔਰ ਐਸੀਆਂ ਚੀਜ਼ਾਂ ਇਨੀਸ਼ੀਏਟ ਕਰਨੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਥੋਂ ਸਸਟੇਨ ਕਰ ਸਕੀਏ, ਰਾਦਰ ਕਿ ਅਸੀਂ ਬਾਹਰੋਂ ਵੇਖੀਏ ਔਰ ਉਹਨਾਂ ਚੀਜ਼ਾਂ ਨੇ। ਅਤੇ ਉਹ ਮੇਰੀ ਇੰਸਪੀਰੇਸ਼ਨ ਸੀ। ਉਹਦੇ ਬਾਅਦ ਪ੍ਰੋਫੈਸ਼ਨਲ ਲਾਈਫ ਵਿੱਚ ਮੈਂ ਆ ਗਿਆ। ਕੁਝ ਅਰਸਾ ਮੈਂ ਇਸ ਪ੍ਰੋਜੈਕਟ 'ਤੇ ਜਾਂ ਆਪਣੀ ਇਸ ਸੋਚ 'ਤੇ ਜਾਂ ਇਸ ਵਿਜ਼ਨ 'ਤੇ ਕੰਮ ਨਹੀਂ ਕਰ ਸਕਿਆ, ਲੇਕਿਨ 2002 ਵਿੱਚ ਮੈਂ ਬੁਨਿਆਦ ਰੱਖੀ ਇੱਕ ਅਦਾਰੇ ਦੀ, ਸਪੋਰਟ ਚਿਲਡਰਨ, ਜਿਹੜਾ ਮਤਲਬ ਹੈ ਸੋਸਾਇਟੀ ਟੂ ਅਪਹੋਲਡ, ਪ੍ਰੋਟੈਕਟ ਐਂਡ ਪ੍ਰਮੋਟ ਦ ਰਾਈਟਸ ਆਫ ਚਿਲਡਰਨ। ਔਰ ਸਪੋਰਟ ਚਿਲਡਰਨ ਤੋਂ ਅਸੀਂ ਬੱਚਿਆਂ ਦੀ ਔਰ ਖ਼ਾਸ ਤੌਰ 'ਤੇ ਆਪਣੀ ਕਮਿਊਨਿਟੀ ਦੇ ਉਹਨਾਂ ਬੱਚਿਆਂ ਦੀ ਜਿਹੜੇ ਲੈਸ ਫੋਰਚੂਨੇਟ ਸਨ, ਜਿਹੜੇ ਸort of ਅੰਡਰ ਪ੍ਰਿਵਿਲੇਜ ਸਨ, ਉਹਨਾਂ ਬੱਚਿਆਂ ਦੀ ਐਜੂਕੇਸ਼ਨ 'ਤੇ ਕੰਮ ਕਰਨਾ ਸ਼ੁਰੂ ਕੀਤਾ। ਔਰ ਸਾਡਾ ਕੋਈ ਬਹੁਤ ਵੱਡਾ ਇਨੀਸ਼ੀਏਟਿਵ ਨਹੀਂ ਸੀ, ਅਸੀਂ ਛੋਟੇ ਛੋਟੇ ਜਿਹੜੇ ਜਿਹਨੂੰ ਕਹਿੰਦੇ ਨਾ ਰਖਨੇ, ਉਹਨਾਂ ਵਿੱਚ ਖੜਾ ਹੋਣਾ ਸ਼ੁਰੂ ਕੀਤਾ ਕਿ ਅਗਰ ਕਿਸੇ ਦੀ ਫੀਸ ਨਹੀਂ ਹੈ ਉਹ ਦੇਤੀ। ਬਹਰਹਾਲ ਉਹ ਸਫ਼ਰ ਚੱਲਦਾ ਰਿਹਾ। ਇਹ ਤਾਂ ਸੀ ਮੇਰਾ ਸੋਸ਼ਲ ਇੱਕ ਜਿਹੜਾ, ਔਰ ਉਹ ਖੁਦਾ ਦਾ ਸ਼ੁਕਰ ਹੈ ਕਿ ਅੱਜ ਅਸੀਂ ਇਸ ਜਗ੍ਹਾ 'ਤੇ ਖੜ੍ਹੇ ਹਾਂ ਕਿ ਅਸੀਂ ਇੱਕ ਇਦਾਰਾ ਸੌਲਟ ਜਿਹੜਾ ਵੇ ਸੋਸ਼ਲ ਅਵੇਅਰਨੈਸ ਐਂਡ ਲੀਡਰਸ਼ਿਪ ਟ੍ਰੇਨਿੰਗ ਔਰ ਜਿਹਦੀ ਇੰਸਪੀਰੇਸ਼ਨ ਜਿਹੜੀ ਹੈ ਕਿ ਤੁਮ ਜ਼ਮੀਨ ਕੇ ਨਮਕ ਹੋ, ਅਸੀਂ ਆਪਣੇ ਨੌਜਵਾਨਾਂ ਨੂੰ ਖਾਸ ਤੌਰ 'ਤੇ ਤਿਆਰ ਕਰ ਰਹੇ ਹਾਂ ਕਿ ਉਹ ਅੱਗੇ ਜਾ ਕੇ ਕੌਮੀ ਕਿਆਦਤ ਜਿਹੜੀ ਹੈ, ਸਿਰਫ ਮਸੀਹਾਂ ਦੀ ਕਿਆਦਤ ਨਹੀਂ, ਇਸ ਚੀਜ਼ ਨੂੰ ਜ਼ੋਰ ਸਕੇ, ਕੌਮੀ ਕਿਆਦਤ ਵਿੱਚ, ਪਾਕਿਸਤਾਨ ਦੀ ਕੌਮੀ ਕਿਆਦਤ ਵਿੱਚ ਉਹਨਾਂ ਦਾ ਹਿੱਸਾ ਹੋਵੇ। ਇਹ ਤਾਂ ਹੋ ਗਿਆ ਮੇਰਾ ਇੱਕ ਸੋਸ਼ਲ। ਲੇਕਿਨ ਜਿਹੜਾ ਮੇਰਾ ਪੋਲੀਟੀਕਲ ਇੱਕ ਇੰਸਪੀਰੇਸ਼ਨ ਹੈ ਉਹ ਮੇਰੇ ਵਾਲਿਦ ਪੋਲੀਟੀਕਲੀ ਬਹੁਤ ਐਕਟਿਵ ਸਨ। 80s ਦੀ ਗੱਲ ਹੈ ਔਰ ਉਹਨਾਂ ਦੀ ਇੰਸਪੀਰੇਸ਼ਨ ਹੈ ਔਰ ਖੁਦਾ ਦਾ ਸ਼ੁਕਰ ਹੈ ਉਹ ਵੀ ਇੱਕ ਬੜੀ ਬੇਬਾਕ ਆਵਾਜ਼ ਸਮਝੇ ਜਾਂਦੇ ਸਨ, ਡਾਕਟਰ ਡੇਵਿਡ ਜੌਨ। ਅਤੇ ਇਹ ਸਫ਼ਰ ਜਿਹੜਾ ਵੇ ਉਹ ਚੱਲ ਰਿਹਾ ਐਕਟਿਵਲੀ। ਮੈਂ ਪੋਲੀਟਿਕਸ ਵਿੱਚ 2012 ਵਿੱਚ ਆਇਆ। ਉਹਦੇ 'ਚ ਮੈਂ ਤੁਹਾਨੂੰ ਦੱਸਾਂ, ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਠੀਕ ਹੈ। ਇਹਨੂੰ ਤਕਰੀਬਨ 20 ਸਾਲ ਹੋ ਗਏ ਨੇ। ਅੱਛਾ ਜੀ, ਅਸੀਂ ਤਾਂ ਹੁਣੇ ਸੁਣਨ ਲੱਗੇ ਹਾਂ, ਉਹ ਇਸ ਵੇਲੇ ਸੁਣਨ ਲੱਗੇ ਨਾ ਕਿ ਅਸੀਂ ਤੁਹਾਨੂੰ ਸੁਣਾ ਰਹੇ ਹਾਂ, ਪਹਿਲੇ ਕਿਸੇ ਨੇ ਸੁਣਾਇਆ ਨਹੀਂ ਹੈ, ਠੀਕ ਹੈ। ਔਰ ਇਹ 20 ਸਾਲ ਤੋਂ ਇਹ ਕਮਿਸ਼ਨ ਹੈ ਵੇ ਔਰ ਮੁਖਤਲਿਫ ਅਦਵਾਰ ਵਿੱਚ ਮੁਖਤਲਿਫ ਲੋਕੀ ਇਹਦੇ ਮੈਂਬਰ ਰਹੇ ਨੇ, ਸਾਡੇ ਨੁਮਾਇੰਦੇ, ਸਾਡੇ ਮੈਂਬਰ ਕੌਮੀ ਅਸੈਂਬਲੀ, ਸਾਡੇ ਚਰਚ ਲੀਡਰਸ਼ਿਪ ਦੇ ਲੋਕ ਇਹਦੇ ਮੈਂਬਰ ਰਹੇ ਨੇ। ਲੇਕਿਨ ਇਸ ਕਮਿਸ਼ਨ ਦੀ ਜਿਹੜੀ ਇੱਕ ਅਲੱਗਾ ਚੀਜ਼ ਹੈ ਕਿ ਇਹ ਕਮਿਸ਼ਨ ਇਸ ਵਕਤ ਗਰਾਊਂਡ 'ਚ ਆਇਆ ਵੇ, ਲੋਕਾਂ ਤੱਕ ਪਹੁੰਚਿਆ ਵੇ।
ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਚਲੋ ਗ੍ਰਾਸ ਰੂਟ ਲੈਵਲ ਤੇ ਆਏ, ਲੇਕਿਨ ਅਸੀਂ ਐਟਲੀਸਟ ਜਿਹੜੇ ਸਾਡੇ ਮੂਵਰ ਐਂਡ ਸ਼ੇਕਰ ਨੇ ਨਾ ਜਿਹੜੇ ਕਮਿਊਨਿਟੀਜ਼ ਦੇ, ਉਹਨਾਂ ਵਿੱਚ ਹੁਣ ਇਸ ਕਮਿਸ਼ਨ ਦੇ ਬਾਰੇ ਗੱਲਬਾਤ ਹੁੰਦੀ ਹੈ। ਇਸ ਤੋਂ ਪਹਿਲਾਂ ਇਸ ਕਮਿਸ਼ਨ ਦੇ ਬਾਰੇ ਕਿਸੇ ਨਹੀਂ ਸੀ ਸੁਣਿਆ ਕਿ ਇਹ ਕਮਿਸ਼ਨ ਐਗਜ਼ਿਸਟ ਵੀ ਕਰਦਾ ਵੇ। ਔਰ ਇਹ ਜਿਹੜਾ ਮੌਜੂਦਾ ਕਮਿਸ਼ਨ ਹੈ ਵਾਹਿਦ ਕਮਿਸ਼ਨ ਹੈ ਜਿਹਦੀਆਂ ਰੈਗੂਲਰ ਮੀਟਿੰਗਸ ਹੁੰਦੀਆਂ ਨੇ। ਪਿਛਲੇ ਕਮਿਸ਼ਨਸ ਦੀਆਂ ਸ਼ਾਇਦ ਉਹਨਾਂ ਦੇ ਪੂਰੇ ਟੈਨਿਓਰ ਸ਼ਾਇਦ 2-2 3-3 ਮੀਟਿੰਗਸ ਵੀ ਨਹੀਂ ਹੋਈਆਂ, ਠੀਕ ਹੈ ਜੀ। ਤੇ ਅਸੀਂ, ਔਰ ਮੈਂ ਤੁਹਾਨੂੰ ਉਹਦੇ ਇੱਕ ਮਜ਼ੇ ਦੀ ਗੱਲ ਸੁਣਾਉਣਾ, ਜਦੋਂ ਕਮਿਸ਼ਨ ਅਨਾਊਂਸ ਹੋਇਆ ਤੇ ਮੇਰਾ ਨਾਮ ਹੀ ਆ ਗਿਆ ਵਿੱਚ, ਔਰ ਮੈਨੂੰ ਯਕੀਨ ਕਰੋ ਕਿ ਆਪਣੇ ਸਾਡੇ ਨੇ ਮੁਹਤਰਮ ਆਸੀਆ ਨਾਸਰ ਸਾਹਿਬਾ, ਮੈਨੂੰ ਉਹਨਾਂ ਸੁਬਾਹ ਫੋਨ ਕਰਕੇ ਕਿਹਾ ਕਿ ਅਖਬਾਰ ਪੜ੍ਹਿਆ ਜੀ। ਮੈਂ ਕਿਹਾ ਖੈਰੀਅਤ ਬਾਜੀ, ਕਿ ਤੁਹਾਡਾ ਨਾਂ ਆ ਗਿਆ ਕਮਿਸ਼ਨ ਵਿੱਚ। ਦੈਟ ਵਾਸ ਦ ਫਰਸਟ ਟਾਈਮ ਦੈਟ ਆਈ ਹਰਡ ਦੈਟ ਆਈ ਐਮ ਦ ਮੈਂਬਰ ਆਫ ਦ ਕਮਿਸ਼ਨ। ਤੇ ਚਲੋ ਜਿਸ ਤਰ੍ਹਾਂ ਵੀ ਹੋਇਆ, ਤੇ ਜਦੋਂ ਮੇਰੀ ਪਹਿਲੀ ਮੁਲਾਕਾਤ ਚੇਅਰਮੈਨ ਸਾਹਿਬ ਨਾਲ ਹੋਈ, ਜਿਹੜੇ ਸਾਡੇ ਚੇਅਰਮੈਨ ਨੇ ਚੇਲਾ ਰਾਮ ਕਿਓਲਾਨੀ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਚੇਅਰਮੈਨ ਸਾਹਿਬ, ਖੁਦਾ ਨੇ ਸਾਨੂੰ ਇਹ ਮੌਕਾ ਦਿੱਤਾ ਹੈ, ਤੇ ਚਲੋ ਇਹ ਨਾ ਹੋਈਏ ਕਿ ਉਹ ਨਹੀਂ, ਉਹ ਕੀ ਇੱਕ ਫਾਰਸੀ ਦਾ ਸ਼ਾਇਦ ਮੁਹਾਵਰਾ ਹੈ ਕਿ ਨਸ਼ਿਸਤਨ ਬਰਖਾਸਤਨ ਵਾਲਾ ਕੰਮ ਨਾ ਹੋਏ, ਕੁਝ ਕਰ ਜਾਏਗੇ ਬਰਖਾਸਤਨ, ਤੇ ਬੈਠੀਏ ਕੁਝ ਕਰ ਜਾਈਏ ਸਾਨੂੰ, ਔਰ ਖੁਦਾ ਨੇ ਮੌਕਾ ਦਿੱਤਾ। ਔਰ ਮੇਰੀ ਪਹਿਲੀ ਮੀਟਿੰਗ ਵਿੱਚ ਮੈਂ ਚੇਅਰਮੈਨ ਨੂੰ ਕਿਹਾ ਸੀ, ਚੇਅਰਮੈਨ ਸਾਹਿਬ ਕਿ ਅਸੀਂ ਐਗਜ਼ੈਕਟਿਵ ਆਰਡਰ ਨਾਲ ਬਣੇ ਆ, ਸਾਡੇ TORs ਬੜੇ ਲਿਮਿਟਿਡ ਨੇ, ਸਾਡੇ ਪਿੱਛੇ ਕੋਈ ਕਾਨੂੰਨੀ ਜਾਂ ਆਈਨੀ ਕੁਵਤ ਨਹੀਂ ਹੈ, ਔਰ ਅਗਰ ਅਸੀਂ ਇਸ ਕਮਿਸ਼ਨ ਨੂੰ ਮਜ਼ਬੂਤ ਬਣਾਉਣਾ ਹੈ ਤੇ ਸਾਨੂੰ ਇੱਕ ਐਕਟ ਆਫ ਪਾਰਲੀਮੈਂਟ ਚਾਹੀਦਾ ਵੇ। ਔਰ ਅਗਰ ਸਾਡੀ ਪ੍ਰਾਇਓਰਿਟੀ ਸਿਰਫ ਇਹ ਹੋਵੇ ਕਿ ਅਸੀਂ ਐਕਟ ਆਫ ਪਾਰਲੀਮੈਂਟ ਬਣਵਾ ਲਈਏ, ਇਹ ਕਮਿਸ਼ਨ, ਅਸੀਂ ਹੋਰ ਕੁਝ ਵੀ ਨਾ ਕਰੀਏ, ਤੇ ਆਇੰਦਾ ਆਉਣ ਵਾਲੇ ਕਮਿਸ਼ਨ ਜਿਹੜੇ ਨੇ ਉਹ ਮਜ਼ਬੂਤ ਔਰ ਤਾਕਤਵਰ ਔਰ ਇੰਡੀਪੈਂਡੈਂਟ ਹੋ ਜਾਣਗੇ। ਖੁਦਾ ਦਾ ਸ਼ੁਕਰ ਹੈ ਨਾਸਰ ਸਾਹਿਬ, ਅਸੀਂ ਉਹਦੇ 'ਤੇ ਬਹੁਤ ਕੰਮ ਕੀਤਾ ਹੈ, ਪੂਰੇ ਕਮਿਸ਼ਨ ਨੇ ਕੰਮ ਕੀਤਾ ਹੋਵੇ। ਅਸੀਂ ਇੱਕ ਡਰਾਫਟ ਬਿੱਲ ਜਿਹੜਾ ਵੇ ਇਹਦੀ ਤਾਂ ਕਿ ਐਕਟ ਆਫ ਪਾਰਲੀਮੈਂਟ ਬਣ ਸਕੇ, ਉਹ ਬਣਾ ਕੇ ਗਵਰਨਮੈਂਟ ਨੂੰ ਦੇ ਦਿੱਤਾ ਵੇ। ਜਦੋਂ ਤੱਕ ਮੈਨੂੰ ਪਤਾ ਵੇ ਕਿ ਕਾਫੀ ਹੱਦ ਤੱਕ ਉਹਦੇ 'ਤੇ ਵੈਟਿੰਗ ਵੀ ਹੋ ਗਈ ਹੈ, ਸੂਬਿਆਂ ਨੇ ਵੀ ਆਪਣੇ, ਤੁਹਾਨੂੰ ਪਤਾ ਹੁਣ 8ਵੀਂ ਤਰਮੀਮ ਦੇ ਬਾਅਦ ਸੂਬਿਆਂ ਦਾ ਉਹਦੇ 'ਤੇ ਆਉਣਾ ਬਹੁਤ ਜ਼ਰੂਰੀ ਹੈ, ਸੂਬਿਆਂ ਨੇ ਵੀ ਦੇ ਦਿੱਤਾ ਵੇ। ਜਿਹੜੀਆਂ ਕੰਸਰਨਡ ਵਜ਼ਾਰਤਾਂ ਨੇ ਵਫਾਕੀ, ਉਹਨਾਂ ਵੀ ਆਪਣੇ ਕਮੈਂਟਸ ਦੇ ਦਿੱਤੇ ਨੇ। ਮਿਨਿਸਟਰੀ ਆਫ ਲਾਅ, ਜਦੋਂ ਤੱਕ ਮੈਨੂੰ ਸ਼ਾਇਦ ਪਤਾ ਹੈ ਕਿ ਉੱਥੋਂ ਵੈਟਿੰਗ ਵੀ ਹੋ ਗਈ ਹੈ, ਔਰ ਖੁਦਾ ਨੇ ਚਾਹਿਆ ਤੇ ਇਹ ਬਿੱਲ ਬਹੁਤ ਜਲਦੀ ਪਾਰਲੀਮੈਂਟ ਵਿੱਚ ਆਏਗਾ। ਔਰ ਉਹਦੇ 'ਚ ਇੱਕ ਚੀਜ਼ ਹੋਰ ਜਿਹੜੀ ਮੈਂ ਸਮਝਣਾ ਵਾ, ਮੈਂ ਔਰ ਜਿਹੜੇ ਸਾਡੇ ਬਾਕੀ ਮੈਂਬਰ ਨੇ, ਅਸੀਂ ਉਹਦੇ 'ਚ ਇੱਕ ਚੀਜ਼ ਬੜੀ ਕਲੀਅਰ ਰੱਖੀ ਹੈ ਕਿ ਇਹ ਐਕਟ ਆਫ ਪਾਰਲੀਮੈਂਟ ਬਣਨਾ ਚਾਹੀਦਾ ਹੈ। ਔਰ ਜਦੋਂ ਜ਼ਾਹਿਰ ਐਕਟ ਆਫ ਪਾਰਲੀਮੈਂਟ ਬਣ ਜਾਏਗਾ, ਔਰ ਅਗਰ ਉਹਦੇ ਤਹਿਤ ਇੱਕ ਨਵਾਂ ਕਮਿਸ਼ਨ ਬਣਨਾ ਹੈ, ਤੇ ਅਸੀਂ ਸਟੈਪ ਡਾਊਨ ਕਰਨ ਵਾਸਤੇ ਤਿਆਰ ਹਾਂ, ਤਾਂ ਕਿ ਲੋਕੀ ਉਸ ਕਮਿਸ਼ਨ ਦੇ ਮੁਤਾਬਿਕ ਆ ਸਕਣ, ਬੈਠ ਸਕਣ। ਕਮਿਸ਼ਨ ਚੱਲਣਾ ਚਾਹੀਦਾ ਹੈ, ਕੰਮ ਚੱਲਣਾ ਚਾਹੀਦਾ ਹੈ। ਐਲਬਰਟ ਡੇਵਿਡ ਹੈ ਵੇ ਜਾਂ ਨਹੀਂ ਹੈ, ਦੈਟ ਡਜ਼ ਨਾਟ ਮੈਟਰ। ਅਸੀਂ ਇਹ ਚਾਹੁੰਦੇ ਹਾਂ ਕਿ ਕਮਿਸ਼ਨ ਹੋਵੇ, ਆਈਨੀ ਕਮਿਸ਼ਨ ਹੋਵੇ, ਅਸੀਂ ਹੋਈਏ ਜਾਂ ਨਾ ਹੋਈਏ, ਉਹਦੇ ਨਾਲ ਫਰਕ ਨਹੀਂ ਪੈਣਾ ਚਾਹੀਦਾ, ਇੱਕ ਮਜ਼ਬੂਤ ਕਮਿਸ਼ਨ ਹੋਣਾ ਚਾਹੀਦਾ ਹੈ। ਐਲਬਰਟ ਸਾਹਿਬ, ਤੁਸੀਂ ਕਮਿਸ਼ਨ ਦੀ ਗੱਲ ਕੀਤੀ, ਔਰ ਆਮ ਤੌਰ 'ਤੇ ਕਮਿਸ਼ਨ ਤੋਂ ਮੁਰਾਦ ਅਸੀਂ ਪੈਸੇ ਹੀ ਸਮਝਦੇ ਹਾਂ। ਅੱਛਾ, ਮੈਨੂੰ ਦੱਸੋ ਕਿ ਕਮਿਸ਼ਨ ਦੇ ਜਿਹੜੇ ਮੈਂਬਰ ਨੇ, ਇਹ ਕੋਈ ਕਮਿਸ਼ਨ ਬਣਾ ਵੀ ਰਹੇ ਨੇ ਕਿ ਨਹੀਂ? ਬਹੁਤ ਅੱਛਾ ਸਵਾਲ ਹੈ ਨਾਸਰ ਭਾਈ ਤੁਹਾਡਾ। ਹੁਣ ਮੈਨੂੰ ਨਹੀਂ ਸਮਝ ਨਹੀਂ ਆ ਰਹੀ ਕਿ ਇਹਨੂੰ ਮੈਂ ਫੋਰਚੂਨੇਟ ਕਵਾਂ ਜਾਂ ਅਨਫੋਰਚੂਨੇਟ ਕਵਾਂ। ਕੋਈ ਨਹੀਂ, ਕੋਈ 1% ਨਹੀਂ, ਠੀਕ ਹੈ ਜੀ, 1% ਨਹੀਂ। ਸਾਡੀ ਕੋਈ ਤਨਖਾਹ ਨਹੀਂ। ਹਾਂ, ਕੁਝ ਮੈਂਬਰਸ ਜਿਹੜੇ ਮੀਟਿੰਗਸ ਵਾਸਤੇ ਬਾਹਰੋਂ ਟਰੈਵਲ ਕਰ, ਜਿਸ ਤਰ੍ਹਾਂ ਕਰਾਚੀਓਂ ਆ ਰਹੇ ਨੇ, ਠੀਕ ਹੈ, ਉਹਨਾਂ ਨੂੰ TADA ਜ਼ਰੂਰ ਮਿਲਦਾ ਹੈ, ਉਹਨਾਂ ਦਾ ਟਰੈਵਲ ਅਲਾਊਂਸ ਮਿਲ ਜਾਂਦਾ ਹੈ, ਉਹਨਾਂ ਨੂੰ ਰਿਹਾਇਸ਼ ਮਿਲ ਜਾਂਦੀ ਹੈ। ਡਾਕਟਰ ਜੈਪਾਲ ਛਬੜੀਆ ਨੇ ਕਰਾਚੀ ਤੋਂ ਉੱਥੇ ਟਰੈਵਲ ਕਰਨਾ, ਇਸਲਾਮਾਬਾਦ ਆਉਣਾ ਹੈ, ਹੈ, ਠੀਕ ਹੈ ਜੀ, ਉਹ ਉਹਨਾਂ ਨੂੰ ਬਣ ਜਾਏਗਾ। ਜਿਹੜੇ ਹੋਰ ਸਾਡੇ ਕੋਇਟਾ ਤੋਂ ਕੋਈ ਮੈਂਬਰ ਕੋਈ ਆ ਰਿਹਾ ਵੇ, ਪਿਸ਼ਾਵਰ ਤੋਂ ਮੈਂਬਰ ਆ ਰਿਹਾ ਵੇ, ਖੁਦਾ ਦਾ ਸ਼ੁਕਰ ਹੈ ਕਿਉਂਕਿ ਮੈਂ ਪਿੰਡੀ 'ਚ ਹਾਂ, ਤੇ ਮੈਂ ਸਵਾਏ ਪਿਛਲਾ ਜਿਹੜਾ ਇਜਲਾਸ ਲਾਹੌਰ ਦਾ ਹੋਇਆ ਵੇ, ਉਹਦਾ ਵੀ ਹਲੇ ਲਿੱਤਾ ਕੁਝ ਨਹੀਂ ਹੈ। ਉਹਦੇ ਇਲਾਵਾ 2 ਸਾਲ ਹੋ ਗਏ ਨੇ 1% ਕਮਿਸ਼ਨ 'ਚੋਂ ਨਹੀਂ ਲਿਆ, ਔਰ ਨਾ ਰਵਾਦਾਰ ਹਾਂ। ਔਰ ਇਹ ਜਾਣ ਕੇ ਕੰਮ ਕੀਤਾ ਵੇ ਕਿ ਜੋ ਕੁछ करो खुदा के लिए करो, ये जान के करो कि खुदा के लिए करते हो। ਤੇ ਖੁਦਾ ਦਾ ਸ਼ੁਕਰ ਹੈ ਸਰ, ਕੰਮ ਪੈਸੇ ਦੇ ਬਗੈਰ ਵੀ ਹੋ ਸਕਦਾ, ਕੰਮ ਕਮਿਸ਼ਨ ਦੇ ਬਗੈਰ ਵੀ ਹੋ ਸਕਦਾ ਹੈ ਅਗਰ ਤੁਸੀਂ ਕਰਨਾ ਚਾਹੋ। ਖੁਦਾ ਨੇ ਉਸ ਤਰ੍ਹਾਂ ਬੜੀ ਬਰਕਤ ਦਿੱਤੀ ਹੈ, ਹਰ ਤਰ੍ਹਾਂ ਦੀ ਬਰਕਤ ਖੁਦਾ ਨੇ ਦਿੱਤੀ ਹੈ, ਔਰ ਅਗਰ ਉਹਦੇ ਦਿੱਤੇ ਹੋਏ ਚੋਂ ਕੁਝ ਅਸੀਂ ਸ਼ੇਅਰ ਕਰ ਸਕਨੇ ਹਾਂ, ਤੇ ਮੈਂ ਸਮਝਣਾ ਵਾ ਇਹ ਖਿਦਮਤ ਹੈ। ਜਿਹੜਾ ਮੌਜੂਦਾ ਕਮਿਸ਼ਨ ਹੈ, ਉਹਦੇ ਇਖਤਿਆਰਾਤ ਕੀ ਨੇ, ਉਹ ਕੀ ਕੁਛ ਕਰ ਸਕਦਾ ਹੈ, ਔਰ ਖਾਸ ਤੌਰ 'ਤੇ ਮਾਈਨੋਰਿਟੀਜ਼ ਵਾਸਤੇ ਕੀ ਕੁਛ ਕਰ ਸਕਦਾ ਹੈ, ਔਰ ਇਹਦੇ ਜਿਹੜੇ ਫੰਡਸ ਨੇ, ਜਾਂ ਇਹਦੇ ਜਿਹੜੇ ਪੈਸੇ ਧੇਲੇ ਨੇ, ਜਾਂ ਇਹਦੀਆਂ ਮੀਟਿੰਗਸ ਦੇ ਅਖਰਾਜਾਤ ਨੇ, ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸਿਆ ਕਿ ਉਹਨਾਂ ਨੂੰ ਮਿਲਦੇ ਨੇ, ਇਹ ਕੌਣ ਇਹ ਚੱਲਦਾ ਹੈ, ਕਿਸ ਤਰ੍ਹਾਂ ਚੱਲਦੇ ਹੋ, ਕਿੱਧਰੋਂ ਆਉਂਦੇ ਨੇ? ਨਾਸਰ ਭਾਈ, ਜਿਹੜੀ ਇਖਤਿਆਰਾਤ ਦੀ ਗੱਲ ਹੈ, ਜ਼ਾਹਿਰ ਹੈ ਉਹ ਡਾਇਰੈਕਟਲੀ ਲਿੰਕ ਨੇ TORs ਦੇ ਨਾਲ, ਠੀਕ ਹੈ ਜੀ, ਟਰਮਸ ਆਫ ਰੈਫਰੈਂਸ। ਜਦੋਂ ਕਮਿਸ਼ਨ ਬਣਿਆ ਤੇ ਉਹਦੇ ਨਾਲ TORs ਵੀ ਆਏ, ਠੀਕ ਹੈ ਜੀ। 2-3 ਜਿਹੜੀਆਂ ਮੇਨ ਚੀਜ਼ਾਂ ਨੇ ਜਿਹੜੀਆਂ, ਠੀਕ ਹੈ, ਉਹਦੇ 'ਚ ਐਵੇਂ ਇੱਕ ਤੇ
ਅਸੀਂ ਗਵਰਨਮੈਂਟ ਵਾਸਤੇ, ਹੁਕੂਮਤ ਵਾਸਤੇ ਵੀ ਆਰ ਐਨ ਐਡਵਾਈਜ਼ਰੀ ਬੋਡੀ। ਠੀਕ ਹੈ, ਅਸੀਂ ਗਵਰਨਮੈਂਟ ਨੂੰ ਐਡਵਾਈਜ਼ ਕਰਨੇ ਆ ਔਨ ਡਿਫਰੈਂਟ ਇਸ਼ੂਜ਼ ਜਿਹੜੇ ਮਾਈਨੋਰਿਟੀਜ਼ ਨਾਲ ਲਿੰਕ ਕਰਦੇ ਨੇ, ਚਾਹੇ ਉਹ ਆਈਨੀ ਨੇ, ਚਾਹੇ ਉਹ ਕਾਨੂੰਨੀ ਨੇ, ਚਾਹੇ ਉਹ ਇਨਸਾਨੀ ਹਕੂਕ ਦੇ ਹਵਾਲੇ ਨਾਲ ਨੇ। ਅਸੀਂ ਗਵਰਨਮੈਂਟ ਨੂੰ ਉਹਦੇ 'ਤੇ ਐਡਵਾਈਜ਼ ਕਰਨੇ ਆ ਕਿ ਜੀ ਇਹਨੂੰ ਇਸ ਤਰ੍ਹਾਂ ਨਹੀਂ, ਇਹਨੂੰ ਇਸ ਤਰ੍ਹਾਂ ਕਰ ਲਓ, ਇਹਨੂੰ ਇਸ ਤਰ੍ਹਾਂ ਬਿਹਤਰ ਕੀਤਾ ਜਾ ਸਕਦਾ ਵੇ। ਉਸ ਤੋਂ ਇਲਾਵਾ ਜਿਹੜੀ ਸਾਡੇ ਸਪੁਰਦ ਇੱਕ ਹੋਰ ਚੀਜ਼ ਕੀਤੀ ਗਈ, ਉਹ ਕੀਤੀ ਗਈ ਕਿ ਅਸੀਂ ਇੱਕ ਨੈਸ਼ਨਲ ਪਾਲਿਸੀ ਔਨ ਇੰਟਰਫੇਥ ਹਾਰਮਨੀ ਗਵਰਨਮੈਂਟ ਨੂੰ ਬਣਾ ਕੇ ਦਈਏ। ਉਹਦਾ ਡਰਾਫਟ ਵੀ ਦਿੱਤਾ ਔਰ ਉਹ ਕਾਬੀਨਾ ਵਿੱਚ ਇੱਕ ਵਾਰੀ ਡਿਸਕਸ ਵੀ ਹੋ ਚੁੱਕਿਆ ਵੇ। ਔਰ ਖੁਦਾ ਦਾ ਸ਼ੁਕਰ ਹੈ ਕਿ ਉਹਦੇ 'ਚ ਮੇਰਾ ਆਪਣਾ ਕੰਟਰੀਬਿਊਸ਼ਨ ਕਾਫੀ ਜ਼ਿਆਦਾ ਵੇ। ਔਰ ਉਹਦੇ ਵਿੱਚ ਜਿਹੜਾ ਮੇਨ ਚੀਜ਼ ਮੈਂ ਕੋਸ਼ਿਸ਼ ਕੀਤੀ ਹੈ ਉਹ ਇਹ ਕੀਤੀ ਹੈ ਕਿ ਕਮਿਸ਼ਨ ਦੀ ਤਰ੍ਹਾਂ ਦੀਆਂ ਜਿਹੜੀਆਂ ਬਾਡੀਜ਼ ਨੇ ਸਿਰਫ ਫੈਡਰਲ ਵਿੱਚ ਨਾ ਹੋਣ, ਇਹਨਾਂ ਨੂੰ ਸੂਬਿਆਂ ਵਿੱਚ ਵੀ ਲਿਆਇਆ ਜਾਏ ਔਰ ਇਹਨਾਂ ਨੂੰ ਡਿਸਟ੍ਰਿਕਟ ਲੈਵਲ 'ਤੇ ਲਿਆ ਕੇ ਇਹਨਾਂ ਨੂੰ ਗ੍ਰਾਸ ਰੂਟ ਲੈਵਲ 'ਤੇ, ਯੂਨੀਅਨ ਕਾਉਂਸਲ ਲੈਵਲ 'ਤੇ ਲਿਆਇਆ ਜਾਏ, ਤਾਂ ਕਿ ਮਸਾਇਲ ਜਿਹੜੇ ਨੇ, ਦੇਖੋ ਮਸਾਇਲ ਗ੍ਰਾਸ ਰੂਟ ਲੈਵਲ 'ਤੇ ਹੁੰਦੇ ਨੇ। ਠੀਕ ਹੈ, ਹੁਣ ਸ਼ਾਇਦ ਇੱਕ ਬੰਦਾ ਜਿਹੜਾ ਪਤਾ ਨਹੀਂ ਦੂਰ ਦਰਾਜ਼ ਇਲਾਕੇ 'ਚ ਕਿਸੇ ਯੂਨੀਅਨ ਕਾਉਂਸਲ 'ਚ ਬੈਠਾ, ਉਹਨੂੰ ਕਮਿਸ਼ਨ ਦਾ ਪਤਾ ਹੀ ਨਹੀਂ ਹੈ। ਤੇ ਮੇਰਾ ਆਪਣਾ ਖਿਆਲ ਹੈ ਕਿ ਜਿਹੜੀ ਨੈਸ਼ਨਲ ਪਾਲਿਸੀ ਔਨ ਇੰਟਰਫੇਥ ਹਾਰਮਨੀ ਹੈ, ਉਹਦੇ ਵਿੱਚ ਅਸੀਂ ਇਸ ਚੀਜ਼ ਨੂੰ ਲੈ ਕੇ ਆਏ ਹਾਂ ਕਿ ਡਿਸਟ੍ਰਿਕਟ ਜਿਹੜੀਆਂ ਤੁਹਾਡੀਆਂ ਇੰਟਰਫੇਥ ਕਮੇਟੀਆਂ ਨੇ, ਪੀਸ ਕਮੇਟੀਜ਼ ਨੇ, ਉਹਨਾਂ ਨੂੰ ਫਾਲ ਕੀਤਾ ਜਾਏ, ਉਹਨਾਂ ਨੂੰ ਮੁਤਹਰਿਕ ਕੀਤਾ ਜਾਏ, ਉਹਨਾਂ ਦਾ ਇੱਕ ਰੋਲ ਹੋਵੇ ਜਿਹੜਾ ਲੋਕਾਂ ਨੂੰ ਵਾਜ਼ਿਹ ਤੌਰ 'ਤੇ ਨਜ਼ਰ ਆਏ। ਉਹ ਸਿਰਫ ਆਪਣੇ ਜਿਹੜੇ ਸਾਡੇ ਮਜ਼ਹਬੀ ਤਿਉਹਾਰ ਹੁੰਦੇ ਨੇ ਉਹਨਾਂ 'ਤੇ ਨਾ ਇਕੱਠੇ ਹੋਣ, ਬਲਕਿ ਰੈਗੂਲਰਲੀ ਇਹਨਾਂ ਇਸ਼ੂਜ਼ ਨੂੰ ਉਹ ਵੇਖਣ। ਅਤੇ ਉਹ ਜਿਹੜਾ ਇੱਕ ਡੀਸੈਂਟਰਲਾਈਜੇਸ਼ਨ ਦਾ ਇੱਕ ਜਿਹੜਾ ਕਨਸੈਪਟ ਹੈ ਨਾ, ਉਹ ਅਸੀਂ ਨੈਸ਼ਨਲ ਇੰਟਰਫੇਥ ਪਾਲਿਸੀ ਵਿੱਚ ਲੈ ਕੇ ਆਏ ਹਾਂ। ਖੁਦਾ ਨੇ ਚਾਹਿਆ ਤੇ ਉਹ ਅਗਰ ਮਨਜ਼ੂਰ ਹੋ ਜਾਂਦੀ ਹੈ ਤੇ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ, ਉਹਦੇ ਨਾਲ ਇੱਕ ਫਰਕ ਜਿਹੜਾ ਉਹ ਹੋਏਗਾ। ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਆਪਣੇ ਮਸਾਇਲ ਘੱਲ ਸਕਦੇ ਨੇ, ਜਾਂ ਕਿਸ ਤਰ੍ਹਾਂ ਦੇ ਮਸਾਇਲ ਨੂੰ ਤੁਸੀਂ ਡੀਲ ਕਰਦੇ ਹੋ? ਤੁਹਾਡਾ ਜਿਹੜਾ ਪੋਰਟਫੋਲੀਓ ਕੀ ਹੈ? ਅੱਛਾ, ਬੜੇ ਮਜ਼ੇ ਦੀ ਗੱਲ ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਤੇ ਮੈਂ ਜਿਹੜੇ ਵੀ ਸਾਨੂੰ ਵੇਖ ਰਹੇ ਨੇ ਇਸ ਵਕਤ, ਸਾਡੇ ਨਾਜ਼ਰੀਨ ਭੈਣ ਭਰਾ, ਤੁਸੀਂ ਕਿਸੇ ਕਿਸਮ ਦਾ ਕੋਈ ਵੀ ਮਸਾਇਲ ਸਾਨੂੰ ਭੇਜ ਸਕਦੇ ਹੋ। ਕੋਈ ਵੀ ਮਸਲਾ ਜਿਹੜਾ ਤੁਸੀਂ ਡਾਇਰੈਕਟਲੀ ਨੈਸ਼ਨਲ ਕਮਿਸ਼ਨ ਫॉर ਮਾਈਨੋਰਿਟੀਜ਼ ਚੇਅਰਮੈਨ ਦੇ ਨਾਂ, ਕਮਿਸ਼ਨ ਦੇ ਨਾਂ, ਤੁਸੀਂ ਡਾਇਰੈਕਟਲੀ ਸਾਨੂੰ ਭਜਵਾ ਸਕਦੇ ਹੋ। ਠੀਕ ਹੈ ਜੀ। ਔਰ ਸਾਡੀ ਜਿੰਨੀ ਕੁ ਉਹਦੇ 'ਚ ਇਨਵੋਲਵਮੈਂਟ ਹੋ ਸਕਦੀ ਅਸੀਂ ਕਰਾਂਗੇ, ਜਿੰਨੇ ਕੁ ਅਸੀਂ ਉਹਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਅਸੀਂ ਕਰਾਂਗੇ। ਔਰ ਮੈਨੂੰ ਬੇਸ਼ੁਮਾਰ ਲੋਕੀ ਕੰਟੈਕਟ ਕਰਦੇ ਨੇ, ਡਿਫਰੈਂਟ ਮਸਾਇਲ 'ਤੇ ਕਰਦੇ ਨੇ, ਔਰ ਜਿੱਥੇ ਜਿੱਥੇ ਅਸੀਂ ਇੰਟਰਵੀਨ ਕਰ ਸਕਦੇ ਹਾਂ ਅਸੀਂ ਇੰਟਰਵੀਨ ਕਰਨੇ ਆ। ਤੇ ਪਲੀਜ਼ ਅਗਰ ਤੁਹਾਡਾ ਕੋਈ ਮਸਲਾ ਵੇ, ਚਾਹੇ ਉਹ ਯੂਨੀਅਨ ਕਾਉਂਸਲ ਦੀ ਸਤ੍ਹਾ 'ਤੇ ਵੇ, ਚਾਹੇ ਉਹ ਤੁਹਾਡਾ ਡਿਸਟ੍ਰਿਕਟ ਲੈਵਲ 'ਤੇ ਜਾਂ ਪ੍ਰੋਵਿੰਸ਼ੀਅਲ ਲੈਵਲ 'ਤੇ, ਪਲੀਜ਼ ਸਾਨੂੰ ਲਿਖੋ, ਸਾਨੂੰ ਦੱਸੋ, ਸਾਨੂੰ ਕੰਟੈਕਟ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮਸਾਇਲ ਦਾ ਤਦਾਰਕ ਕੀਤਾ ਜਾ ਸਕੇ। ਔਰ ਉਹਦੇ 'ਚ ਜਿਹੜਾ ਇੱਕ ਹੋਰ ਜਿਹੜੀ ਇੰਪੋਰਟੈਂਟ ਚੀਜ਼ ਸੀ, ਉਹ ਜਿਹੜੀ ਬਹੁਤ ਡਿਸਕਸ ਵੀ ਹੁੰਦੀ ਹੈ ਕਿ ਕਮਿਸ਼ਨ ਕੋਲ ਇਹ ਇਖਤਿਆਰ ਹੈ ਕਿ ਉਹ NOC ਇਸ਼ੂ ਕਰੇ ਕਮਿਊਨਲ ਪ੍ਰੋਪਰਟੀਜ਼ ਦੇ ਹਵਾਲੇ ਨਾਲ। ਠੀਕ ਹੈ ਜੀ। ਇਹ ਵੀ ਇੱਕ ਚੀਜ਼ ਹੈ ਜਿਹੜੀ ਸਾਡੀ TORs ਵਿੱਚ ਹੈ ਵੇ। ਔਰ ਉਹ TORs ਵਿੱਚ ਐਵੇਂ ਨਹੀਂ ਹੈ, ਉਹਦੇ ਪਿੱਛੇ ਇੱਕ ਆਰਡੀਨੈਂਸ ਹੈ। ਉਹਦੇ ਪਿੱਛੇ 2012 ਦਾ ਇੱਕ ਆਰਡੀਨੈਂਸ ਹੈ, ਪ੍ਰੋਟੈਕਸ਼ਨ ਆਫ ਕਮਿਊਨਲ ਪ੍ਰੋਪਰਟੀਜ਼ ਆਫ ਮਾਈਨੋਰਿਟੀਜ਼। ਮੁਸ਼ਰਫ ਸਾਹਿਬ ਨੇ ਐਗਜ਼ੈਕਟਲੀ ਔਰ 2012 ਵਿੱਚ ਉਹਨੂੰ ਮਜ਼ੀਦ ਬਿਹਤਰ ਕੀਤਾ ਗਿਆ। ਉਸ ਆਰਡੀਨੈਂਸ ਦੇ ਤਹਿਤ ਸਾਨੂੰ ਇਹ ਇਖਤਿਆਰ ਹੈ ਕਿ ਅਸੀਂ NOCs ਇਸ਼ੂ ਕਰ ਸਕੀਏ, ਔਰ ਇਹ ਵੀ ਇੱਕ ਕਮਿਸ਼ਨ ਦਾ ਇਖਤਿਆਰ ਹੈ। ਲੇਕਿਨ ਉਹਦੇ ਇਲਾਵਾ ਕਮਿਸ਼ਨ ਨੇ ਬਹੁਤ ਸਾਰੀਆਂ ਚੀਜ਼ਾਂ, ਮੈਂ ਅਗੇਨ ਇਹ ਕਹਾਂਗਾ ਕਿ ਖੁਦਾ ਦਾ ਸ਼ੁਕਰ ਹੈ ਕਿ ਸਾਡੇ ਕੋਲ ਮੈਂਬਰ ਇਸ ਵਕਤ ਕਮਿਸ਼ਨ ਦੇ ਐਸੇ ਨੇ ਕਿ ਜਿਹੜੇ ਸਿਆਸੀ ਵਾਬਸਤਗੀਆਂ ਤੋਂ ਬਾਲਾਤਰ ਨੇ, ਔਰ ਵੈਸੇ ਵੀ ਕਮਿਊਨਿਟੀ ਵਿੱਚ, ਸੁਸਾਇਟੀ ਵਿੱਚ ਆਪਣਾ ਇੱਕ ਵਜ਼ਨ ਰੱਖਦੇ ਨੇ। ਮੈਂ ਇਹ ਲਫ਼ਜ਼ ਇਸਤੇਮਾਲ ਕਰਾਂਗਾ, ਅਸੀਂ ਬਹੁਤ ਸਾਰੀ ਡੰਡੀ ਵੀ ਮਾਰੀ ਹੈ। ਉਹ ਡੰਡੀ ਇਹ ਮਾਰੀ ਕਿ ਅਸੀਂ ਆਪਣੇ ਇਖਤਿਆਰਾਤ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਕਹਾਂਗਾ ਖੁਦਾ ਦਾ ਸ਼ੁਕਰ ਹੈ ਕਿ ਸਾਨੂੰ ਨਾ ਹਾਲੇ ਤੱਕ ਹੁਕੂਮਤ ਵੱਲੋਂ, ਨਾ ਸਾਡੀ ਜਿਹੜੀ ਕੰਸਰਨ ਮਿਨਿਸਟਰੀ ਹੈ ਉਹਦੇ ਵੱਲੋਂ ਸਾਨੂੰ ਕਿਹਾ ਨਹੀਂ ਗਿਆ ਕਿ ਤੁਸੀਂ ਆਪਣੀ ਹਦੂਦ 'ਚੋਂ ਬਾਹਰ ਨਿਕਲ ਰਹੇ ਹੋ। ਸਪੋਰਟ ਹੀ ਕੀਤਾ ਗਿਆ ਵੇ, ਔਰ ਅਸੀਂ ਉਹ ਜਿਹੜੀ ਸਾਨੂੰ ਥੋੜ੍ਹੀ ਜਿਹੀ ਜਗ੍ਹਾ ਮਿਲ ਰਹੀ ਹੈ ਖੇਡਣ ਦੀ, ਉਹਦੇ 'ਚ ਵੱਧ ਕੇ ਨਿਕਲ ਕੇ ਜਿਹੜਾ ਅਸੀਂ ਉਹ ਕੰਮ ਕਰ ਰਹੇ ਹਾਂ। ਇੱਕ ਚੀਜ਼ ਜਿਹੜੀ ਤੁਸੀਂ ਪੁੱਛੀ ਕਿ ਜੀ ਫੰਡਸ ਕਿੱਥੋਂ ਆਉਂਦੇ ਨੇ, ਤੇ ਇਹ ਸਾਰਾ ਕੁਝ ਮਿਨਿਸਟਰੀ ਆਫ ਰਿਲੀਜੀਅਸ ਅਫੇਅਰਸ ਔਰ ਇੰਟਰਫੇਥ ਹਾਰਮਨੀ ਉਹ ਮੈਨੇਜ ਕਰਦੀ ਹੈ। ਔਰ ਸਾਡੀ ਕਿਉਂਕਿ ਜਿਹਨੂੰ ਕਹਿ ਲਓ ਪੇਰੈਂਟ ਮਿਨਿਸਟਰੀ ਹੈ, ਉਹ ਨੇ, ਤੇ ਇਹ ਸਾਰਾ ਕੁਝ ਜਿਹੜਾ ਉਹ ਮੈਨੇਜ। ਹੁਣ ਤੱਕ ਜਿਹੜੀਆਂ ਅਕਲੀਅਤੀ ਪ੍ਰਾਪਰਟੀਜ਼ ਨੇ, ਕਮਿਊਨਲ ਪ੍ਰਾਪਰਟੀਜ਼ ਮੈਂ ਕਹਾਂਗਾ ਕਿ ਅਕਲੀਅਤੀ 'ਤੇ ਕਹਿਣਾ ਮੁਨਾਸਿਬ ਨਹੀਂ ਹੈ, ਲੇਕਿਨ ਕਮਿਊਨਲ ਪ੍ਰਾਪਰਟੀਜ਼ ਨੇ, ਮੁਖਤਲਿਫ ਕਮਿਊਨਿਟੀਜ਼ ਦੀ ਨੇ, ਉਹਦੇ 'ਚ ਜਿਹੜਾ ਤੁਹਾਡਾ ਕਮਿਸ਼ਨ ਹੈ ਉਹਨੇ ਕਿੰਨਿਆਂ ਨੂੰ NOCs ਜਾਰੀ ਕੀਤੇ ਨੇ, ਔਰ ਕਿਹੜੀ ਕਿਹੜੀ ਸ਼ਰਾਇਤ 'ਤੇ ਕੀਤੇ ਨੇ, ਔਰ ਉਹਦਾ ਕਮਿਊਨਿਟੀਜ਼ ਨੂੰ ਕੀ ਫਾਇਦਾ ਹੋਇਆ? ਅੱਛਾ, ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸਦਾ ਕਿ ਤਕਰੀਬਨ 2 ਸਾਲ ਹੋ ਗਏ ਨੇ ਕਮਿਸ਼ਨ ਨੂੰ ਬਣਿਆ, ਅਸੀਂ ਹਾਲੇ ਤੱਕ ਸਿਰਫ ਇੱਕ NOC ਜਾਰੀ ਕੀਤਾ ਹੈ। ਠੀਕ ਹੈ, ਉਸ ਤੋਂ ਇਲਾਵਾ ਸਾਨੂੰ ਕਾਫੀ ਸਾਰੀਆਂ ਦਰਖਾਸਤਾਂ ਆਈਆਂ ਨੇ, ਲੇਕਿਨ ਅਸੀਂ ਪੇਪਰ ਵਰਕ ਵੇਖ ਕੇ ਹੀ ਉਹਨੂੰ ਕੰਪਲੀਟ ਨੋ
ਕੰਪਲੀਟ ਨੋ। ਔਰ ਮੈਂ ਕਿਉਂਕਿ ਕਮਿਊਨਲ ਪ੍ਰੋਪਰਟੀਜ਼ ਦੀ ਜਿਹੜੀ ਸਾਡੀ ਸਬ ਕਮੇਟੀ ਹੈ, ਮੈਂ ਉਹਦਾ ਮੈਂਬਰ ਹਾਂ। ਔਰ ਜਿਹੜੀਆਂ ਕਿਉਂਕਿ ਜਿਹੜੀਆਂ ਹਿੰਦੂਜ਼ ਦੀਆਂ ਪ੍ਰੋਪਰਟੀਜ਼ ਨੇ ਜਾਂ ਸਿੱਖਾਂ ਦੀਆਂ ਪ੍ਰੋਪਰਟੀਜ਼ ਨੇ ਉਹ ਤੇ ਮਤਰੂਕਾ ਵਕਫ ਇਮਲਾਕ ਵਿੱਚ ਆਉਂਦੀਆਂ ਨੇ, ਤੇ ਉਹ ਤੇ ਉਸ ਤਰ੍ਹਾਂ ਵਿਕ ਨਹੀਂ ਸਕਦੀਆਂ, ਮਹਿਕਮਾ ਔਕਾਫ ਦੇ ਅੰਡਰ ਨੇ। ਤੇ ਸਾਡੇ ਕੋਲ ਜਿਹੜੀ ਰਿਕੁਐਸਟ ਆਉਂਦੀ ਹੈ ਐਨਓਸੀ ਦੀ, ਉਹ ਕਿਉਂਕਿ ਸਾਡੀ ਜਿਹੜੀਆਂ ਕ੍ਰਿਸਚਨ ਪ੍ਰੋਪਰਟੀਜ਼ ਨੇ ਉਹਨਾਂ ਦੇ ਹਵਾਲੇ ਨਾਲ ਆਉਂਦੀ ਹੈ, ਤੇ ਬਹੁਤ ਸਟ੍ਰੇਟ ਫਾਰਵਰਡ, ਅਨਲੈਸ ਦੇयर इज़ अ वेरी क्लियर नीड रिक्वायरमेंट कि कोई प्रॉपर्टी ਜਿਹੜੀ ਉਹ ਡਿਸਪੋਜ਼ ਕੀਤੀ ਜਾਵੇ, ਜਾਂ ਉਸ ਪ੍ਰੋਪਰਟੀ ਵਿੱਚ ਕੋਈ ਉਹਦੇ ਮਲਕੀਅਤ ਦਾ ਕੋਈ ਇਸ਼ੂ ਨਾ ਹੋਵੇ। ਮੈਂ ਤੁਹਾਨੂੰ ਮਿਸਾਲ ਦੇਣਾ ਕਿ ਸ਼ਰਾਇਤ ਕਿ ਉਹ ਪ੍ਰੋਪਰਟੀ ਜਦੋਂ ਵਿਕੇਗੀ, ਸਭ ਤੋਂ ਵੱਡੀ ਸ਼ਰਤ ਕਿ ਉਹਦੇ ਵੱਲੋਂ ਉਹਦੇ ਚੋਂ ਜਿਹੜਾ ਵੇਚਣ ਤੋਂ ਬਾਅਦ ਜਿਹੜਾ ਪੈਸਾ ਆਏਗਾ ਉਹ ਵਾਪਸ ਕਮਿਊਨਲ ਇਸ਼ੂਜ਼ ਇਸਤੇਮਾਲ ਹੋਏਗਾ, ਉਹ ਚਰਚ ਵਿੱਚ ਹੀ ਇਸਤੇਮਾਲ ਹੋਏਗਾ। ਉਹਦਾ ਸਾਨੂੰ ਉਹ ਪ੍ਰੂਫ ਜਦੋਂ ਤੱਕ ਨਹੀਂ ਦੇਣਗੇ, ਇੱਕ ਪਲਾਨ ਨਹੀਂ ਦੇਣਗੇ, ਅਸੀਂ ਐਨਓਸੀ ਇਸ਼ੂ ਨਹੀਂ ਕਰਾਂਗੇ। ਉਹਦੀ ਮਲਕੀਅਤ ਵਿੱਚ ਕੋਈ ਉਹ ਨਹੀਂ ਹੋਣਾ ਚਾਹੀਦਾ ਕਿ ਜੀ ਤੁਸੀਂ ਕਹਿ ਰਹੇ ਹੋ ਮੇਰੀ ਹੈ, ਮੈਂ ਕਹਿ ਰਿਹਾ ਮੇਰੀ ਹੈ, ਔਰ ਇੱਕ ਐਨਓਸੀ ਆ ਜਾਏ ਤੇ ਅਸੀਂ ਐਨਓਸੀ ਜਦੋਂ ਤੱਕ ਉਹ ਆਪਣੀ ਮਲਕੀਅਤ ਪ੍ਰੂਵ ਨਹੀਂ ਕਰਦੇ ਉਦੋਂ ਤੱਕ, ਮਤਲਬ ਅਸੀਂ ਸੋਚਾਂਗੇ, ਕੰਸੀਡਰ ਇਹ ਨਹੀਂ ਕਰਾਂਗੇ ਐਨਓਸੀ ਦੇ ਦਾਂਗੇ, ਅਸੀਂ ਕੰਸੀਡਰ ਵੀ ਨਹੀਂ ਕਰਾਂਗੇ। ਉਹਦੇ ਇਲਾਵਾ ਅਸੀਂ ਜਦੋਂ ਕਮਿਸ਼ਨ ਬਣ ਗਿਆ, ਜਿਹੜੀਆਂ ਸ਼ਰਾਇਤ ਮੁਖਤਸਰ ਜੀਆਂ ਹੈ ਸਨ, ਅਸੀਂ ਉਹਨਾਂ ਨੂੰ ਵੀ ਬਹੁਤ ਵਧਾ ਦਿੱਤਾ। ਨੰਬਰ 1, ਕੋਈ ਪ੍ਰੋਪਰਟੀ ਉਦੋਂ ਤੱਕ ਨਹੀਂ ਵਿਕੇਗੀ ਜਦੋਂ ਤੱਕ ਮੁਲਕ ਦੇ ਮੇਨ ਸਟ੍ਰੀਮ ਮੀਡੀਆ, ਪ੍ਰਿੰਟ ਮੀਡੀਆ ਵਿੱਚ ਉਹਦਾ ਇਸ਼ਤਿਹਾਰ ਨਹੀਂ ਆਏਗਾ, ਮੇਨ। ਔਰ ਉਹਦੇ 'ਚ ਉਹ ਇਸ਼ਤਿਹਾਰ ਦੇਣਗੇ ਕਿ ਜੀ ਇਹ ਪ੍ਰੋਪਰਟੀ ਹੈ, ਇਹ ਅਸੀਂ ਵੇਚਣਾ ਚਾਹ ਰਹੇ ਹਾਂ, ਕਿਸੇ ਦਾ ਕੋਈ ਇਤਰਾਜ਼ ਹੈ, ਕੁਝ ਹੈ, ਸਾਡੇ ਨਾਲ ਰਾਬਤਾ ਕਰੋ। ਔਰ ਅਸੀਂ ਇਹ ਬੜਾ ਕਲੀਅਰ ਲਿਖਿਆ ਹੈ ਕਿ ਇਹ ਨਹੀਂ ਕਿ ਕਿਸੇ ਮਤਲਬ ਉਹ ਛੋਟੇ ਅਖਬਾਰ ਵਿੱਚ, ਸਾਨੂੰ ਮੇਨ ਸਟ੍ਰੀਮ ਅਖਬਾਰ ਦਾ ਇਸ਼ਤਿਹਾਰ ਚਾਹੀਦਾ। ਡੌਨ, ਨਿਊਜ਼, ਜੰਗ, ਜਿਹੜੇ ਵੱਡੇ ਅਖਬਾਰ ਨੇ ਇਹਨਾਂ ਦਾ ਜਦੋਂ ਤੱਕ ਇਸ਼ਤਿਹਾਰ ਨਹੀਂ ਹੋਏਗਾ ਅਸੀਂ ਨਹੀਂ ਕਰਾਂਗੇ। ਦੂਜੀ ਗੱਲ, ਜੋ ਵੀ ਪ੍ਰੋਪਰਟੀ ਆਪਣੀ ਦੇਣਾ ਚਾਹੁੰਦਾ ਸਾਡੇ ਕੋਲ ਪੂਰਾ ਪਲਾਨ ਆਫ ਐਕਸ਼ਨ ਔਨ ਸਟਾਂਪ ਪੇਪਰ ਲੈ ਕੇ ਆਏਗਾ ਕਿ ਜੀ ਇਹ ਅਸੀਂ 1000 ਰੁਪਏ ਦੀ ਪ੍ਰੋਪਰਟੀ ਵੇਚ ਰਹੇ ਹਾਂ, ਔਰ ਇਹ 1000 ਜਿਹੜਾ ਵੇ ਉਹ ਇਸ ਪ੍ਰੋਜੈਕਟ ਤੇ ਖਰਚ ਹੋਏਗਾ, ਔਰ ਉਹਦੇ ਬਾਅਦ ਕਮਿਸ਼ਨ ਉਸ ਨੂੰ ਮੋਨੀਟਰ ਕਰੇਗਾ ਕਿ ਉਹ ਉੱਤੇ ਇੰਪਲੀਮੈਂਟ ਹੋਇਆ ਜਾਂ ਨਹੀਂ ਹੋਇਆ, ਪਿੱਛਾ ਵੀ ਕੀਤਾ ਜਾਏਗਾ। ਔਰ ਅਸੀਂ ਜਿਹੜਾ ਇੱਕ ਐਨਓਸੀ ਇਸ਼ੂ ਕੀਤਾ ਸੀ, ਉਹ ਕੀਤਾ ਸੀ ਸੈਲਵੇਸ਼ਨ ਆਰਮੀ ਨੂੰ, ਔਰ ਸੈਲਵੇਸ਼ਨ ਆਰਮੀ ਕੋਲੋਂ ਅਸੀਂ ਪੂਰਾ ਪ੍ਰੋਜੈਕਟ ਲਿਆ ਸੀ ਕਿ ਤੁਸੀਂ ਇਸ ਪੈਸੇ ਦਾ ਕਰਨਾ ਕੀ ਹੈ। ਉਹਨਾਂ ਆਪਣੇ ਜਿਹੜੇ ਉਹਨਾਂ ਦੇ ਇੰਪਲੋਈਜ਼ ਨੇ ਉਹਨਾਂ ਦੇ ਘਰ ਬਣਾਉਣੇ ਸਨ, ਔਰ ਉਹਨਾਂ ਸਾਨੂੰ ਪੂਰਾ ਪਲਾਨ ਆਫ ਐਕਸ਼ਨ ਬਣਾ ਕੇ ਦਿੱਤਾ ਸੀ। ਉਹਦੇ ਬਾਅਦ ਅਸੀਂ ਜਿਹੜੇ ਉਹਨਾਂ ਬਣਾਉਣੇ ਸਨ, ਉਹਨਾਂ ਕਿਹਾ ਜੀ ਅਸੀਂ ਇਹ ਪ੍ਰੋਪਰਟੀ ਸਾਡੀ ਯੂਜ਼ ਨਹੀਂ ਹੋਈ, ਮੈਨੂੰ ਇਹ ਨਹੀਂ ਪਤਾ ਰਿਟਾਇਰਡ ਮੁਲਾਜ਼ਮ ਵਾਸਤੇ, ਲੇਕਿਨ ਉਹਨਾਂ ਆਪਣੇ ਸਟਾਫ ਵਾਸਤੇ ਬਣਾਉਣੇ ਸਨ ਕਿ ਇਹ ਸਾਡੀ ਪ੍ਰੋਪਰਟੀ ਜਿਹੜੀ ਹੁਣ ਸਾਡੇ ਇਸਤੇਮਾਲ ਵਿੱਚ ਨਹੀਂ ਹੈ, ਅਸੀਂ ਇਹਨੂੰ ਵੇਚ ਕੇ। ਇਹ ਮਾਡਲ ਟਾਊਨ ਵਿੱਚ ਸੀ, ਮਾਡਲ ਟਾਊਨ ਵਿੱਚ ਸੀ। ਤੇ ਉਹ ਉਹਦੇ 'ਚ ਬੜਾ ਦਿਲਚਸਪ ਹੋਇਆ ਸੀ, ਉਹ ਇੱਕ ਵਕੀਲ ਸਾਹਿਬ ਖਰੀਦਣਾ ਚਾਹ ਰਹੇ ਸਨ, ਉਹ ਬੜੇ ਵੱਡੇ ਵਕੀਲ ਸਨ। ਉਹ ਵਕੀਲ ਸਾਹਿਬ ਨੂੰ ਵੀ ਪਹਿਲੀ ਵਾਰੀ ਪਤਾ ਲੱਗਾ ਕਿ ਮੈਂ ਕਿਸੇ ਕਮਿਸ਼ਨ ਸਾਹਮਣੇ ਬੈਠਾ, ਠੀਕ ਹੈ ਜੀ। ਤੇ ਉਹ ਕਿਉਂਕਿ ਅਗੇਨ ਖੁਦਾ ਵੱਲੋਂ ਕਹਿ ਲਓ ਕਿ ਖੁਦਾ ਹਿੰਮਤ ਔਰ ਤਾਕਤ ਔਰ ਕਰੇਜ ਦਿੰਦਾ ਹੈ, ਕਿ ਮੈਂ ਵਕੀਲ ਸਾਹਿਬ ਨੂੰ ਕਿਹਾ ਸੀ ਕਿ ਜੀ ਵਕੀਲ ਸਾਹਿਬ ਮੈਨੂੰ ਇਹ ਗੱਲ ਦੱਸੋ, ਤੁਸੀਂ ਸੋਲ ਬਾਇਰ ਕਿਉਂ, ਤੁਸੀਂ ਵਾਹਿਦ ਬਾਇਰ ਹੋ ਇਸ ਪ੍ਰੋਪਰਟੀ ਦੇ, ਔਰ ਤੁਹਾਡੀ ਬਿਡ ਸਭ ਤੋਂ ਬਿਹਤਰ ਬਿਡ ਹੈ, ਹੋਰ ਬਿਡਸ ਕਿੱਥੇ ਨੇ? ਉਹ ਮੈਂ ਸੈਲਵੇਸ਼ਨ ਆਰਮੀ ਨੂੰ ਕਿਹਾ ਸੀ ਹੋਰ ਬਿਡਸ ਲੈ ਕੇ ਆਓ। ਤੁਸੀਂ ਅਖਬਾਰ 'ਚ ਦਿੱਤਾ ਕਿ ਅਸੀਂ ਇਹ ਪ੍ਰੋਪਰਟੀ ਵੇਚਣਾ ਚਾਹੁੰਦੇ ਹਾਂ, ਕੀ ਤੁਹਾਡੇ ਕੋਲ ਕੋਈ 10 ਬਿਡਸ ਆਈਆਂ ਕਿ ਜੀ ਅਸੀਂ ਇਹ ਪ੍ਰੋਪਰਟੀ ਇੰਨੇ ਪੈਸਿਆਂ 'ਚ ਖਰੀਦਣਾ ਚਾਹੁੰਦੇ ਹਾਂ, ਔਰ ਇਹਨਾਂ ਦੀ ਬਿਡ ਸਭ ਤੋਂ ਬਿਹਤਰ ਸੀ, ਔਰ ਤੁਸੀਂ ਇਹਨਾਂ ਨੂੰ ਦੇ ਰਹੇ ਹੋ? ਉਹ ਅਸੀਂ ਬਾਅਦ 'ਚ ਉਹਨਾਂ ਕੋਲੋਂ ਅਖਬਾਰ 'ਚ ਇਸ਼ਤਿਹਾਰ ਦਵਾਇਆ, ਠੀਕ ਹੈ। ਔਰ ਇਨ ਦਾ ਐਂਡ ਉਹ ਵਕੀਲ ਸਾਹਿਬ ਨੂੰ ਕੋਰਟ ਜਾਣਾ ਪਿਆ ਕਿ ਜੀ ਅਸਾਂ ਸਾਰਾ ਕੁਝ ਪੂਰਾ ਕਰਤਾ, ਸਾਨੂੰ ਫਿਰ ਵੀ ਐਨਓਸੀ ਨਹੀਂ ਦੇ ਰਹੇ, ਕਿਉਂਕਿ ਸਾਡੀ ਇਹ ਕੋਸ਼ਿਸ਼ ਸੀ ਕਿ ਅਸੀਂ ਪ੍ਰੋਪਰਟੀ ਨਾ ਵਿਕਣ ਦਈਏ। ਉਹ ਜਦੋਂ ਫਿਰ ਕੋਰਟ ਨੇ ਇੰਟਰਵੀਨ ਕੀਤਾ ਕਿ ਜੀ ਸਾਨੂੰ ਦੱਸੋ ਕਿ ਕਮੀ ਕੀ ਹੈ ਇਹਨਾਂ ਦੀ ਰਿਕੁਐਸਟ ਵਿੱਚ। ਔਰ ਮੈਂ ਇੱਕ ਹੋਰ ਇਤਰਾਜ਼ ਚੁੱਕਿਆ ਸੀ ਕਿ ਸਾਡੇ ਕੋਲ ਸੈਲਰ ਕਿਉਂ ਨਹੀਂ ਆਇਆ ਐਨਓਸੀ ਲੈਣ ਵਾਸਤੇ, ਬਾਇਰ ਕਿਉਂ ਆਇਆ ਵੇ, ਹੂ ਇਜ਼ ਦਾ ਬਾਇਰ? ਬਾਇਰ ਦੀ ਤੇ ਕੋਈ ਕਾਨੂੰਨੀ ਹੈਸੀਅਤ ਹੀ ਨਹੀਂ ਹੈ ਨਾ। ਐਨਓਸੀ ਜਿਹੜਾ ਉਹ ਸੈਲਰ ਮੰਗੇ, ਠੀਕ ਹੈ ਜੀ, ਜਿਹੜਾ ਮਾਲਕ ਉਹ ਕਹਿਣਾ ਕਿ ਜੀ ਮੈਨੂੰ ਐਨਓਸੀ ਦਿਓ, ਸੈਲਰ ਬਾਇਰ ਆ ਗਿਆ ਕਿ ਜੀ ਸਾਨੂੰ ਐਨਓਸੀ ਦਿਓ, ਤੇ ਉਹਦੇ ਬਾਅਦ ਫਿਰ ਅਸੀਂ ਸੈਲਰ ਕੋਲੋਂ ਦਰਖਾਸਤ ਲਈ। ਤੇ ਸਾਡੀ ਕੋਸ਼ਿਸ਼ ਹੈ ਵੇ, ਮੈਂ ਪਰਸਨਲੀ ਮੈਂ ਨਹੀਂ ਚਾਹੁੰਦਾ ਕਿ ਸਾਡੀ ਇੱਕ ਵੀ ਪ੍ਰੋਪਰਟੀ ਵਿਕੇ, ਇੱਕ ਵੀ ਪ੍ਰੋਪਰਟੀ ਕਿਉਂ ਵਿਕੇ, ਅਸੀਂ ਉਹਨੂੰ ਆਪਣੀ ਕਮਿਊਨਿਟੀ ਵਾਸਤੇ ਕਿਉਂ ਨਹੀਂ ਯੂਜ਼ ਕਰ ਸਕਦੇ। ਪੂਰੀ ਦੁਨੀਆ ਵਿੱਚ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦਾ ਇੱਕ ਕਮਰਸ਼ੀਅਲ ਇਸਤੇਮਾਲ ਵੀ ਹੋ ਰਿਹਾ ਵੇ, ਔਰ ਕਮਰਸ਼ੀਅਲ ਇਸਤੇਮਾਲ ਕਰਕੇ ਉਹ ਪੈਸਾ ਜਿਹੜਾ ਵੇ ਉਹ
ਫਲਾਓ ਬਹਿਬੂਦ ਵਾਸਤੇ ਇਸਤੇਮਾਲ ਹੋ ਰਿਹਾ ਹੈ, ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਉਹ ਥੋੜੀ ਵੇਚਦੇ ਅਸੀਂ ਉਹਨੂੰ ਬਿਲਕੁਲ ਖਤਮ ਕਰ ਬੈਠਨੇ ਆ। ਪ੍ਰਾਪਰਟੀਆਂ ਜਿਹੜੀਆਂ ਨੇ ਉਹ ਵਿਕਦੀਆਂ ਵੀ ਨੇ। ਫਰਜ਼ ਕਰੋ ਤੁਹਾਡੀ ਪ੍ਰਾਪਰਟੀ ਹੈ, ਅਗਰ ਕਿਸੇ ਚਰਚ ਦੀ ਪ੍ਰਾਪਰਟੀ ਹੈ, ਤਾਂ ਅਗਰ ਕੋਈ ਵੇਚਦਾ ਵੀ ਹੈ ਤਾਂ ਮੇਰਾ ਖਿਆਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹ ਕਿਸੇ ਜਿਹੜਾ ਕਮਿਊਨਲ ਮਤਲਬ ਬੈਨੀਫਿਸ਼ਰੀ ਪ੍ਰੋਜੈਕਟ ਹੈਗਾ, ਅਗਰ ਉਹਦੇ 'ਤੇ ਲਾਇਆ ਜਾਂਦਾ ਹੈ ਔਰ ਉਹਦੇ 'ਚ ਕਮਿਊਨਿਟੀ ਬੈਨੀਫਿਸ਼ਰੀ ਹੈ ਤਾਂ ਬਹੁਤ ਅੱਛੀ ਗੱਲ ਹੈ। ਲੇਕਿਨ ਇਹ ਵੀ ਅੱਛੀ ਗੱਲ ਹੈ ਕਿ ਅਸੀਂ ਥੋੜ੍ਹਾ ਕਰਕੇ ਵੇਚਦੇ ਅਗਰ ਉਹਦਾ ਜਿਹੜਾ ਸਹੀ ਇਸਤੇਮਾਲ ਨਹੀਂ ਕਰ ਪਾਉਂਦੇ, ਪ੍ਰੋਪਰ ਇਸਤੇਮਾਲ ਨਹੀਂ ਕਰ ਪਾਉਂਦੇ ਤਾਂ ਉਹ ਖਤਮ ਹੋ ਜਾਂਦੀ ਹੈ। ਮੈਨੂੰ ਇਹ ਗੱਲ ਦੱਸੋ ਕਿ ਅਗਰ ਫਰਜ਼ ਕਰੋ ਕੋਈ ਵੱਡੀ ਪ੍ਰਾਪਰਟੀ ਜਾਂ ਕੋਈ ਕਾਲਜ ਜਾਂ ਕੋਈ ਸਕੂਲ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਹੈ ਵੀ ਨੇ ਜਿਹੜੀਆਂ ਸਾਡੇ ਕੋਲ, ਅਤੇ ਉਹ ਆਮ ਆਦਮੀ ਦੇ ਕਿਸ ਤਰ੍ਹਾਂ ਕੰਮ ਆ ਰਹੀਆਂ ਨੇ, ਔਰ ਅਗਰ ਫਰਜ਼ ਕਰੋ ਚਲੀਆਂ ਜਾਂਦੀਆਂ ਨੇ ਤਾਂ ਸਾਨੂੰ ਕੀ ਨੁਕਸਾਨ ਹੈ? ਅੱਛਾ ਦੇਖੋ, ਇਹਦੇ 'ਤੇ ਨਾ ਦੋ ਰਾਏ ਨੇ। ਇੱਕ ਰਾਏ ਤੇ ਇਹ ਵੇ ਕਿ ਇੱਕ ਆਮ ਆਦਮੀ ਜਿਹੜਾ ਉਹ ਕਹਿੰਦਾ ਕਿ ਜੀ ਮੈਨੂੰ ਕੀ ਫ਼ਰਕ ਪੈਂਦਾ ਕਿ ਪ੍ਰਾਪਰਟੀ ਰਵੇ ਜਾਂ ਨਾ ਰਵੇ। ਮੈਂ ਨਾਸਿਰ ਸਾਹਿਬ, ਮੇਰਾ ਇਹਦੇ 'ਚ ਥੋੜ੍ਹਾ ਜਿਹਾ ਮੁਖਤਲਿਫ ਹੋਇਆ ਵੇ ਕਿ ਮੈਂ ਇਹ ਨਾ ਸੋਚਾਂ ਕਿ ਮੈਨੂੰ ਕੀ ਫਾਇਦਾ ਵੇ, ਕਿ ਮੈਨੂੰ ਇਸ ਕਾਲਜ ਜਾਂ ਮੈਨੂੰ ਇਸ ਯੂਨੀਵਰਸਿਟੀ 'ਚੋਂ ਕੀ ਫਾਇਦਾ, ਜਾਂ ਮੈਨੂੰ ਕੀ, ਅਗਰ ਮੇਰੇ ਬੱਚੇ ਨਹੀਂ ਪੜ੍ਹ ਰਹੇ ਤਾਂ ਫਿਰ ਜੋ ਮਰਜ਼ੀ। ਨਹੀਂ, ਮੇਰਾ ਖਿਆਲ ਹੈ ਇਹ ਸਾਡਾ ਅਸਾਸਾ ਨੇ, ਇਹ ਸਾਡੀ ਪਹਿਚਾਨ ਹੈ ਇਸ ਮੁਲਕ ਵਿੱਚ। ਹਾਲੇ ਵੀ ਪਹਿਚਾਨ ਹੈ, ਚਲੋ ਜਿਸ ਤਰ੍ਹਾਂ ਦੀ ਵੀ ਹੈ, ਲੇਕਿਨ ਹਾਲੇ ਵੀ ਇੱਕ ਪਹਿਚਾਨ ਹੈ। ਸੋ ਮੈਂ ਇਹ ਸਮਝਦਾ ਕਿ ਸਾਨੂੰ ਆਪਣੇ ਉਸ ਤੋਂ ਬਾਲਾਤਰ ਹੋ ਕੇ, ਔਰ ਮੈਂ ਤੁਹਾਨੂੰ ਇਹਦੀ ਮਿਸਾਲ ਦੇਣਾ, ਜਦੋਂ ਆਪਣਾ ਸਾਡਾ ਐਡਵਰਡਸ ਕਾਲਜ ਵਾਲਾ ਜਿਹੜਾ ਇਸ਼ੂ ਹੋਇਆ, ਮੈਂ ਕਾਫੀ ਐਕਟਿਵਲੀ ਉਹਦੇ ਵਿੱਚ ਇਨਵੋਲਵ ਹੋਇਆ, ਔਰ ਮੈਂ ਸਿਰਫ ਇਸ ਵਾਸਤੇ ਇਨਵੋਲਵ ਹੋਇਆ ਕਿ ਇਸ਼ੂ ਇਹ ਨਹੀਂ ਕਿ ਲੋਕਾਂ ਨੂੰ ਕੀ ਫਾਇਦਾ ਹੋ ਰਿਹਾ ਜਾਂ ਮੈਨੂੰ ਕੀ ਫਾਇਦਾ ਹੋ ਰਿਹਾ। ਇਸ਼ੂ ਇਹ ਵੇ ਕਿ ਉਹ ਇੱਕ ਕੌਮੀ ਅਸਾਸਾ ਵੇ, ਉਹ ਸਾਡੀ ਪਹਿਚਾਨ ਹੈ ਇਸ ਮੁਲਕ ਵਿੱਚ। ਸਾਡੀ ਪਹਿਚਾਨ ਨਹੀਂ ਖਤਮ ਹੋਣੀ ਚਾਹੀਦੀ। ਸਾਡੀ ਪਹਿਲੇ ਵੀ ਗੱਲ ਹੋ ਰਹੀ ਸੀ, ਅਸੀਂ ਇਰਰੈਲੇਵੈਂਟ ਹੁੰਦੇ ਜਾ ਰਹੇ ਹਾਂ ਇਸ ਮੁਲਕ ਵਿੱਚ। ਅਸੀਂ ਸਿਆਸੀ ਤੌਰ 'ਤੇ ਇਰਰੈਲੇਵੈਂਟ ਹੋ ਗਏ, ਹੁਣ ਅਸੀਂ ਮਾਸ਼ਰਤੀ ਤੌਰ 'ਤੇ ਵੀ ਇਸ ਮੁਲਕ ਵਿੱਚ ਇਰਰੈਲੇਵੈਂਟ ਹੁੰਦੇ ਜਾ ਰਹੇ ਹਾਂ। ਔਰ ਅਗਰ ਇਸੇ ਤਰ੍ਹਾਂ ਸਾਡੇ ਇਦਾਰੇ ਸਾਡੇ ਹੱਥੋਂ ਜਾਂਦੇ ਰਹੇ ਤੇ ਅਸੀਂ ਕੰਪਲੀਟਲੀ ਇਰਰੈਲੇਵੈਂਟ ਹੋ ਜਾਵਾਂਗੇ ਇਸ ਮੁਲਕ ਵਿੱਚ। ਉਹਨਾਂ ਦਿਨਾਂ ਦੀ ਗੱਲ ਹੈ ਕਿ ਜਨਰਲ ਜ਼ਿਆ ਸਾਹਿਬ ਆਪਣੇ ਅਰੂਜ ਵਿੱਚ ਸਨ ਔਰ ਇੱਕ ਕਨਵੈਨਸ਼ਨ ਹੋ ਰਿਹਾ ਸੀ ਇਸਲਾਮਾਬਾਦ ਵਿੱਚ, ਔਰ ਜਨਰਲ ਜ਼ਿਆ ਸਾਹਿਬ ਦੀ ਤਕਰੀਰ ਦੇ ਦੌਰਾਨ ਉਹ ਖੜ੍ਹੇ ਹੋ ਗਏ ਸਨ। ਤਕਰੀਰ ਦੇ ਦੌਰਾਨ ਖੜ੍ਹੇ ਹੋ ਗਏ ਔਰ ਉਹਨਾਂ ਕਿਹਾ ਜੀ ਤੁਸੀਂ ਸਾਡਾ ਮੌਕਫ ਸੁਣੋ। ਜ਼ਿਆ ਸਾਹਿਬ ਨੇ ਉਹਨਾਂ ਨੂੰ 3 ਵਾਰੀ ਕਿਹਾ ਕਿ ਤੁਸੀਂ ਬੈਠ ਜਾਓ, ਉਹਨਾਂ ਨੇ ਕਿਹਾ ਮੈਂ ਜਦੋਂ ਤੱਕ ਸੁਣੋਗੇ ਨਹੀਂ ਮੈਂ ਨਹੀਂ ਬੈਠਾਂਗਾ। ਅਤੇ ਉਹ ਇੰਸਪੀਰੇਸ਼ਨ ਨੇ, ਉਹਨਾਂ ਦੀ ਇੰਸਪੀਰੇਸ਼ਨ ਨੇ।